मैं डॉक्टर सिंदरजीत कौर बुट्टर लैक्चरर पंजाबी सरकारी कन्या सीनियर सैकेंडरी स्कूल कैंप बटाला जिला गुरदासपुर तो तुहानूं सारिआं नूं सत्कार ते प्यार भरपूर सत श्री अकाल कहंदी हां। प्यारे बच्चों, अज आपां लाजमी पंजाबी 12वीं जमात विच आउंदी कहानी माड़ा बंदा तुहाडे नाल सांझी करांगे। इस दे विच कहानीकार ने माड़ा बंदा कौन है कि वो आप कहानीकार जां रिक्शे वाला इस दे बारे विच विचार दिते हैं। तो आओ सुनते हैं कहानी माड़ा बंदा। प्यारे बच्चों, अज मैं तुहाडे नाल लाजमी पंजाबी 12वीं जमात विचली कहानी माड़ा बंदा सांझी करन जा रही हाँ। इस तो पहला कि कहानी दे बारे च गल करिए, तुहानूं कहानी सुनाइए, इस दे कहानीकार दे जीवन बारे भी कुछ जान लईए। इस दे कहानीकार हैं प्रेम प्रकाश जी। प्रेम प्रकाश जी का जन्म कागजां दे मुताबक 7/4/1932 ते असल उन्हां दी जन्म मिति आ 26/6/1932 ईस्वी नूं श्रीमती दयावंती माता ते राम प्रसाद पिता दे घर खन्ना विखे जिला लुधियाना विच होया। आप किते वजों अध्यापक, संपादक ते ਸਾਹਿਤਕਾਰ कचकड़े नमाजी स्वैतांबर ने किया सी कुछ अणकिहा भी रंगमंच ते भिक्षु कहानी संग्रह रचे। स्वै जीवनी बंदे अंदर बंदे अते आत्म माया ते नावल दस्तावेज भी रचे। राष्ट्री ਸਾਹਿਤ अकादमी ਵੱਲੋਂ कुछ अणकिहा भी कहानी संग्रह ਲਈ पुरस्कार दे के आप ਨੂੰ ਸਨਮਾਨਿਤ ਕੀਤਾ ਗਿਆ। प्यारे बच्चों, ये ਜਿਹੜੀ ਤੁਹਾਡੇ ਸਿਲੇਬਸ ਦੇ ਵਿੱਚ ਆਈ ਹੈ ਕਹਾਣੀ ਮਾੜਾ ਬੰਦਾ, ਇਸ ਵਿੱਚ ਮੱਧ ਵਰਗੀ ਮਾਨਸਿਕਤਾ ਨੂੰ ਉਘਾੜ ਕੇ ਪੇਸ਼ ਕੀਤਾ ਗਿਆ ਹੈ। ਮੱਧ ਵਰਗੀ ਪਤੀ ਪਤਨੀ ਦਾ ਇੱਕ ਆਮ ਰਿਕਸ਼ਾ ਚਾਲਕ ਕੁਝ ਵੱਧ ਪੈਸੇ ਮੰਗਣ ਤੇ ਉਸ ਨਾਲ ਖਹਿਬੜਨਾ, ਰਿਕਸ਼ੇ ਵਾਲੇ ਵੱਲੋਂ ਉਹਨਾਂ ਦੇ ਦਿੱਤੇ ਪੈਸੇ ਵਗਾ ਮਾਰਨੇ, ਇਸ ਤੋਂ ਪਿੱਛੋਂ ਕਾਫੀ ਸਮੇਂ ਤੱਕ ਬਾਹਰ ਖੜੇ ਰਹਿਣਾ ਦੋਹਾਂ ਪਤੀ ਪਤਨੀ ਨੂੰ ਪਰੇਸ਼ਾਨ ਤੇ ਬੇਚੈਨ ਕਰ ਦਿੰਦਾ ਹੈ। ਦੋਵੇਂ ਹੀ ਆਪਣੇ ਕੰਮ ਵਿੱਚ ਇਕਾਗਰਚਿਤ ਨਹੀਂ ਹੋ ਸਕਦੇ। ਘੜੀ ਮੁੜੀ ਬਾਹਰ ਝਾਕ ਕੇ ਉਸ ਨੂੰ ਖੜੇ ਹੋਏ ਨੂੰ ਦੇਖ ਕੇ ਅੰਦਰ ਬੈਠੇ ਘਬਰਾਈ ਜਾਂਦੇ ਹਨ। ਅਸਲ ਵਿੱਚ ਆਪਣੇ ਆਪ ਨੂੰ ਤਾਕਤਵਰ ਸਮਝਦੀ ਮੱਧ ਵਰਗ ਦੀ ਪਤਨੀ ਇੱਕ ਆਮ ਮਾੜੇ ਜਿਹੇ ਰਿਕਸ਼ਾ ਚਾਲਕ ਤੋਂ ਡਰ ਜਾਂਦੀ ਹੈ, ਜਦ ਕਿ ਬਾਹਰ ਖੜਾ ਰਿਕਸ਼ਾ ਚਾਲਕ ਤਾਕਤਵਰ ਜਾਪਣ ਲੱਗਦਾ ਹੈ। ਜਦੋਂ ਕੁਝ ਸਮਾਂ ਬਾਹਰ ਖੜੇ ਰਹਿਣ ਬਾਅਦ ਰਿਕਸ਼ੇ ਵਾਲਾ ਪੈਸੇ ਲੈ ਬਿਨਾਂ ਚਲਾ ਜਾਂਦਾ ਹੈ ਤਾਂ ਦੋਹਾਂ ਪਤੀ ਪਤਨੀ ਨੂੰ ਸੁੱਖ ਦਾ ਸਾਹ ਤਾਂ ਆਉਂਦਾ ਹੈ, ਪਰ ਨਾਲ ਹੀ ਉਹਨਾਂ ਨੂੰ ਦੋਸ਼ ਭਾਵਨਾ ਵੀ ਆ ਘੇਰਦੀ ਹੈ। ਇਹ ਦੋਸ਼ ਭਾਵਨਾ ਤੋਂ ਛੁਟਕਾਰਾ ਪਾਉਣ ਲਈ ਉਹ ਸੋਚਦੇ ਹਨ ਕਿ ਉਹ 3 ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ ਤਾਂ ਜੋ ਉਹਨਾਂ ਨੂੰ ਮਾੜੇ ਬੰਦੇ ਨਾ ਸਮਝਿਆ ਜਾਵੇ। ਇਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਜੋ ਇਹਦਾ ਨਿਚੋੜ ਵਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਤੇ ਆਓ ਸੁਣਦੇ ਹਾਂ ਮਾੜਾ ਬੰਦਾ ਕਹਾਣੀ। ਉਹ ਉੱਥੇ ਹੀ ਖੜਾ ਸੀ। ਮੇਰੀ ਪਤਨੀ ਨੇ ਮੈਥੋਂ ਚੋਰੀ ਚੋਰੀ ਰਸੋਈ 'ਚੋਂ ਨਿਕਲ ਕੇ ਉਹਨੂੰ 2 ਵਾਰ ਦੇਖਿਆ। ਫਿਰ ਉਹ ਬੂਹੇ 'ਚ ਖਲੋ ਕੇ ਮੇਰੇ ਵੱਲ ਵੇਖਣ ਲੱਗੀ। ਮੈਂ ਖਿਜੀ ਨਜ਼ਰ ਨਾਲ ਉਹਨੂੰ ਵੇਖਿਆ ਤਾਂ ਰਸੋਈ 'ਚ ਵੜ ਕੇ ਚਾਹ ਬਣਾਉਣ ਲੱਗ ਪਈ। ਮੈਂ ਮੇਜ਼ 'ਤੇ ਬਹਿ ਕੇ ਫਿਰ ਉਹੀ ਚਿੱਠੀ ਲਿਖਣ ਦਾ ਯਤਨ ਕਰਨ ਲੱਗਾ ਜਿਹੜੀ ਕਈ ਦਿਨਾਂ ਤੋਂ ਅਧੂਰੀ ਪਈ ਸੀ। ਜੰਗਲਾਤ ਦੇ ਅਫਸਰ ਆਪਣੀ ਭੂਆ ਦੇ ਪੁੱਤਰ ਭਰਾ ਨੂੰ ਫਰਨੀਚਰ ਬਣਾ ਕੇ ਭੇਜਣ ਲਈ ਲਿਖਣਾ ਸੀ। ਸਾਈਜ਼ ਤੇ ਡਿਜ਼ਾਈਨ ਲਿਖਣ ਵੇਲੇ ਗੱਲ ਉਲਝ ਗਈ ਸੀ। ਜਰਾ ਕੁ ਸੁਲਝਣ ਲੱਗੀ ਤਾਂ ਪਤਨੀ ਨੇ ਆ ਕੇ ਹੌਲੀ ਦੇਣੀ ਕਿਹਾ, ਹੈਂ ਜੀ, ਉਹ ਉੱਥੇ ਹੀ ਖਲੋਤਾ। ਪਤਨੀ ਹਾਲੇ ਵੀ ਬੇਚੈਨ ਸੀ। ਮੈਂ ਚਾਹੁੰਦਾ ਸੀ ਭਈ ਉਹਦਾ ਧਿਆਨ ਹੀ ਨਾ ਕਰੇ, ਪਰ ਮੈਥੋਂ ਆਪ ਚਿੱਠੀ ਲਿਖੀ ਨਹੀਂ ਸੀ ਜਾ ਰਹੀ। ਮੈਂ ਵੀ ਉਹਨੂੰ ਬਾਰੀ ਵਿੱਚੋਂ ਕਈ ਵਾਰ ਵੇਖ ਚੁੱਕਾ ਸੀ। ਉਹ ਉਂਝ ਹੀ ਖਲੋਤਾ ਸੀ। ਚੌਂਕ ਦੇ ਖੱਬੇ ਪਾਸੇ
ਆਪਣੇ ਰਿਕਸ਼ੇ ਦਾ ਰੁੱਖ ਪਾਰਕ ਵੱਲ ਨੂੰ ਕਰਕੇ। ਪਹਿਲਾਂ ਉਹ ਰਿਕਸ਼ੇ ਦੀ ਗੱਦੀ 'ਤੇ ਬੈਠਾ ਸੀ, ਫਿਰ ਉਹ ਪੈਂਡਲਾਂ 'ਤੇ ਖਲੋ ਗਿਆ। ਹੁਣ ਉਹਨੇ ਕਾਠੀ 'ਤੇ ਕੂਣੀ ਰੱਖੀ ਹੋਈ ਸੀ ਤੇ ਝੁਕਿਆ ਖਲੋਤਾ ਸੀ, ਜਿਵੇਂ ਉਹਨੇ ਕਿਤੇ ਜਾਣਾ ਵੀ ਨਹੀਂ ਹੁੰਦਾ। ਉਹਨੇ ਇੱਕ ਵਾਰ ਵੀ ਮੁੜ ਕੇ ਸਾਡੇ ਵੱਲ ਨਹੀਂ ਸੀ ਵੇਖਿਆ। ਘੱਟੋ ਘੱਟ ਉਦੋਂ ਉਹ ਖਾਲੀ ਪਲਾਟ ਵੱਲ ਵੇਖੀ ਜਾ ਰਿਹਾ ਸੀ, ਜਿਵੇਂ ਉਹਦਾ ਸਾਡੇ ਨਾਲ ਕੋਈ ਲੈਣ ਦੇਣ ਹੀ ਨਾ ਹੋਵੇ। ਕੁੱਬੀ ਹੋਈ ਉਹਦੀ ਪਿੱਠ ਤੇ ਸੱਜੇ ਮੋਢੇ ਦੀ ਹੱਡੀ ਤੱਕ ਭੈੜੀ ਜਿਹੀ ਬੁਸ਼ਟ ਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਕੱਛੇ ਹੇਠ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ ਮੈਲੇ ਉਲਝੇ ਹੋਏ ਸਨ। ਉਹਨੂੰ ਵੇਖ ਕੇ ਹੀ ਦਿਲ ਖਰਾਬ ਹੁੰਦਾ ਸੀ। ਜੇ ਉਹਦੀ ਫੋਟੋ ਖਿੱਚ ਕੇ ਅਖਬਾਰ 'ਚ ਛਾਪੀ ਜਾਵੇ ਤਾਂ ਹੇਠਾਂ ਲਿਖ ਦਿੱਤਾ ਜਾਵੇ, ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ, ਉਹਦੀ ਪਤਨੀ ਤੇ ਇਕਲੌਤੇ ਪੁੱਤਰ ਨੂੰ ਕਤਲ ਕਰਕੇ ਉਹਨਾਂ ਦੇ ਸਾਰੇ ਗਹਿਣੇ ਲੈ ਕੇ ਭੱਜ ਗਿਆ ਸੀ। ਤਾਂ ਲੋਕ ਸੱਚ ਮੰਨ ਲੈਣਗੇ। ਇਹਦੀਆਂ ਭੁੱਖੀਆਂ ਭੁੱਖੀਆਂ ਨਜ਼ਰਾਂ ਇਸ ਤਰ੍ਹਾਂ ਹੈਰਾਨੀ ਨਾਲ ਵੇਖਦੀਆਂ ਨੇ ਜਿਵੇਂ ਕੁਝ ਚੰਗਾ ਵੇਖਿਆ ਹੀ ਨਹੀਂ ਹੁੰਦਾ। ਕਮੀਨੀਆਂ ਜਿਹੀਆਂ। ਜਦੋਂ ਉਹਨੇ ਭੈੜਾ ਜਿਹਾ ਮੂੰਹ ਕਰਕੇ ਆਨੇ ਕੱਢ ਕੇ ਮੇਰੇ ਵੱਲ ਤੱਕਿਆ ਸੀ, ਜਿਵੇਂ ਹੱਤਕ ਕਰ ਰਿਹਾ ਹੋਵੇ, ਤਾਂ ਮੈਨੂੰ ਖਿਝ ਆ ਗਈ ਸੀ। ਤੇ ਜਦੋਂ ਉਹਨੇ ਮੇਰੀ ਪਤਨੀ ਦੇ ਫੜਾਏ 2 ਰੁਪਏ ਬੁੜ-ਬੁੜ ਕਰਕੇ ਵਗਾਹ ਮਾਰੇ ਸਨ, ਤਾਂ ਮੇਰਾ ਦਿਲ ਕੀਤਾ ਸੀ ਭਈ ਉਹਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਵਾਂ ਅਤੇ ਸੁੱਕੀਆਂ ਜਿਹੀਆਂ ਬਾਹਾਂ ਦੇ ਕਾਨੇ ਮਰੋੜ ਦਿਆਂ। ਪਰ ਮੇਰੀ ਪਤਨੀ ਨੇ ਮੈਨੂੰ ਰੋਕ ਦਿੱਤਾ। ਕੁਝ ਮੈਂ ਆਪ ਵੀ ਚੁੱਪ ਕਰ ਗਿਆ ਭਈ ਇਸ ਕਮੀਨੇ ਜਿਹੇ ਬੰਦੇ ਨੂੰ ਕੀ ਹੱਥ ਲਾਉਣਾ ਏ, ਛਿੱਟੇ ਹੀ ਪੈਣਗੇ। ਉਹ ਨਿੱਕੀ ਜਿਹੀ ਗਾਲ ਕੱਢ ਦੇਵੇ, ਹੱਥ ਚੁੱਕ ਲਵੇ, ਸ਼ਰੀਫ ਆਦਮੀ ਮਿੱਟੀ ਹੋ ਜਾਂਦਾ ਏ। ਫੇਰ ਭਾਵੇਂ ਉਹ ਆਪਣੇ ਆਪ ਨੂੰ ਹੀ ਗਾਲਾਂ ਕੱਢ ਲਵੇ, ਲੋਕ ਸਮਝਦੇ ਨੇ ਦੂਜੇ ਨੂੰ ਹੀ ਕੱਢ ਰਿਹਾ ਏ। ਉਂਝ ਵੀ ਮੈਂ ਨਹੀਂ ਚਾਹੁੰਦਾ ਵੀ ਮਾੜੇ ਬੰਦੇ ਨਾਲ ਲੜਿਆ ਜਾਵੇ, ਪਰ ਇਹ ਬੇਇਨਸਾਫੀ ਵੀ ਸਹਿ ਨਹੀਂ ਹੁੰਦੀ। ਸਬਜ਼ੀ ਮੰਡੀ ਤੋਂ ਇੱਥੋਂ ਤੱਕ ਦੇ 2 ਰੁਪਏ ਦੇਣੇ ਤੈਅ ਕੀਤੇ ਸਨ ਮੇਰੀ ਪਤਨੀ ਨੇ। ਫਿਰ ਝਗੜਾ ਕਾਹਦਾ? ਇਹ ਕਮੀਨਾ ਤਰੀਕਾ ਏ ਇਹਨਾਂ ਦਾ, ਮੰਗਣ ਦਾ ਜਾਂ ਠੱਗਣ ਦਾ। ਪਹਿਲਾਂ ਕਹਿਣਗੇ ਜੋ ਮਰਜ਼ੀ ਦੇ ਦਿਓ, ਪਰ ਲੈਣ ਵੇਲੇ ਆਪਣੀ ਮਰਜ਼ੀ ਦੇ ਲੈਣਗੇ। ਜੋ ਪੈਸੇ ਤੈਅ ਕਰ ਲਓ ਤਾਂ ਜਦੋਂ ਮੁਹੱਲਾ ਨੇੜੇ ਆਉਣ ਲੱਗਦਾ ਏ ਤਾਂ ਕਹਿਣ ਲੱਗ ਪੈਂਦੇ ਨੇ, ਬੀਬੀ ਜੀ ਇਹ ਤਾਂ ਬੜੀ ਦੂਰ ਏ, ਸ਼ਹਿਰ ਦਾ ਦੂਜਾ ਪਾਸਾ ਆ ਗਿਆ। ਮਾਡਲ ਟਾਊਨ ਤਾਂ 1.5 ਮੀਲ ਲੰਮਾ ਏ, ਗਰੀਬ ਆਦਮੀ ਨੂੰ ਮਾਰ ਲਿਆ। ਇਸ ਵੇਲੇ ਕੋਈ ਇੰਨੀ ਦੂਰ ਕਾਹਨੂੰ ਆਉਂਦਾ ਏ? ਅਜੇ ਤਾਂ ਦੁਪਹਿਰ ਦੇ 2 ਹੀ ਵੱਜੇ ਸਨ। ਇਹਦਾ ਖਿਆਲ ਸੀ ਵੀ ਘਰ 'ਚ ਕੋਈ ਮਰਦ ਨਹੀਂ ਹੋਵੇਗਾ, ਜਨਾਨੀ ਨੂੰ ਠੱਗ ਲਵਾਂਗਾ। ਰਿਕਸ਼ਾ ਰੋਕ ਕੇ ਕਹਿੰਦਾ, ਇਹ ਤਾਂ ਬੀਬੀ ਜੀ ਸ਼ਕਤੀ ਨਗਰ ਹੀ ਆ ਗਿਆ, ਸੜਕ ਟੁੱਟੀ ਪਈ ਏ, 3 ਰੁਪਏ ਦਿਓ। ਆਵਾਜ਼ ਸੁਣ ਕੇ ਮੈਂ ਬਾਹਰ ਨਿਕਲ ਆਇਆ। ਉਹਨੇ ਮੇਰੇ ਸਾਹਮਣੇ ਮੇਰੀ ਪਤਨੀ ਦੇ ਫੜਾਏ 2 ਰੁਪਏ ਵਗਾਹ ਸੁੱਟੇ। ਜਦੋਂ ਮੈਂ ਉਹਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ ਗਰੀਬ ਹਾਂ ਨਾ, ਮਾੜਾ ਬੰਦਾ ਹਾਂ ਨਾ, ਆਖਦਾ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਵੇਖਦਾ ਰਿਕਸ਼ਾ ਲੈ ਕੇ ਤੁਰ ਗਿਆ। ਮੈਨੂੰ ਪਤਾ ਸੀ ਵੀ ਉਹ 1 ਰੁਪਇਆ ਵੱਧ ਮੰਗ ਕੇ 50 ਪੈਸੇ ਵੱਧ ਲੈਣਾ ਚਾਹੁੰਦਾ ਸੀ, ਪਰ ਇਹ ਕੋਈ ਤਰੀਕਾ ਸੀ? ਉਹ ਮਿੰਨਤ ਨਾ ਸਹੀ ਨਿਮਰਤਾ ਨਾਲ ਕਹਿੰਦਾ ਭਈ ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ, ਪਰ ਬੀਬੀ ਜੀ ਇਹ ਦੂਰ ਨਿਕਲੀ। ਮੈਨੂੰ 50 ਪੈਸੇ ਹੋਰ ਦੇ ਦਿਓ। ਉਹਨੂੰ ਉਸੇ ਵੇਲੇ ਮਿਲ ਜਾਣੇ ਸਨ। ਭਗਤਨੀ ਮੇਰੀ ਪਤਨੀ ਤਾਂ ਤੁਰੇ ਜਾਂਦੇ ਗਰੀਬ ਗੁਰਬੇ ਨੂੰ ਰੋਟੀ ਚਾਹ ਦੇ ਦਿੰਦੀ ਏ। ਇਹਨੇ ਤਾਂ ਫੇਰ ਵੀ ਉਹਨੂੰ ਢੋ ਕੇ ਲਿਆਂਦਾ ਸੀ, ਪਰ ਪੁਆੜਾ ਪੈ ਗਿਆ ਉਹਦੇ ਰੁਪਏ ਸੁੱਟਣ ਅਤੇ ਮੇਰੇ ਗਰਮ ਹੋਣ 'ਤੇ। ਮੇਰੀ ਪਤਨੀ ਚਾਹ ਦਾ ਆਪਣਾ ਕੱਪ ਵੀ ਮੇਰੇ ਕੋਲ ਲੈ ਆਈ ਤਾਂ ਚੀਨੀ ਲੈਣ ਦੇ ਬਹਾਨੇ ਇੱਕ ਵਾਰ ਫੇਰ ਉਹਨੂੰ ਵੇਖ ਆਈ। ਕੁਰਸੀ 'ਤੇ ਬਹਿ ਕੇ ਚਾਹ ਪੀਂਦੀ ਨੇ ਮੇਰੇ ਚਿਹਰੇ ਵੱਲ ਤੱਕਿਆ। ਜਦ ਮੈਂ ਚੁੱਪ ਹੀ ਰਿਹਾ ਤਾਂ ਆਪ ਹੀ ਬੋਲੀ, ਛੱਡੋ ਪਰੇ, 3 ਰੁਪਏ ਹੀ ਨੇ, ਦੇ ਦਿਓ ਆ। ਨਹੀਂ, ਮੈਂ ਇੱਕੋ ਸ਼ਬਦ ਬੋਲਿਆ। ਉਹ ਗਰੀਬ ਏ, ਪੈਸੇ ਡਿੱਗ ਵੀ ਪੈਂਦੇ ਨੇ,
ਬੱਚੇ ਰੋਜ਼ ਰੁਪਈਆ 2 ਰੁਪਈਏ ਖਰਚ ਦਿੰਦੇ ਨੇ, ਕਿੰਨੇ ਪੈਸੇ ਐਵੇਂ ਰੋੜ ਛੱਡੀਦੇ ਨੇ। ਉਹ ਰਿਕਸ਼ੇ ਵਾਲੇ ਦੀ ਵਕੀਲ ਬਣੀ ਬੈਠੀ ਸੀ, ਹਮਦਰਦੀ ਨਾਲ ਜਾਂ ਡਰ ਨਾਲ। ਉਂਝ ਉਹਦੀ ਗੱਲ ਠੀਕ ਸੀ। ਮੈਂ ਰੋਜ਼ 3-2.5 ਰੁਪਏ ਦੀਆਂ ਸਿਗਰਟਾਂ ਪੀਂਦਾ ਹਾਂ, ਮਹੀਨੇ 'ਚ 2-3 ਵਾਰ ਸਿਨੇਮਾ ਦੇਖਦਾ ਹਾਂ। ਡੈਡੀ, ਰਿਕਸ਼ੇ ਵਾਲਾ ਉੱਥੇ ਖਲੋਤਾ। ਇੱਕ ਬੰਦੇ ਨੇ ਪੁੱਛਿਆ, ਚੱਲਣਾ ਹੀ ਕੰਪਨੀ ਬਾਗ? ਕਹਿੰਦਾ ਨਹੀਂ, ਮੇਰੇ ਵੱਡੇ ਪੁੱਤਰ ਨੇ ਆ ਕੇ ਦੱਸਿਆ। ਬੇਵਕੂਫ, ਜਾਹਿਲ, ਤਦੇ ਸਾਲੇ ਗਰੀਬ ਨੇ। ਨਜਾਇਜ਼ ਤਰੀਕੇ ਨਾਲ 1 ਰੁਪਈਆ ਕਮਾਉਣ ਬਦਲੇ 2 ਰੁਪਏ ਦੀ ਸਵਾਰੀ ਗੁਆ ਦਿੱਤੀ। ਪੂਰਾ 1 ਘੰਟਾ ਬਰਬਾਦ ਕਰ ਲਿਆ। 5 ਰੁਪਏ ਕਮਾਏ ਜਾ ਸਕਦੇ ਸੀ ਇਸ ਸਮੇਂ 'ਚ। ਬੁੜਬੁੜਾ ਕੇ ਮੈਂ ਇੰਝ ਕਿਹਾ ਵੀ ਮੁੰਡਾ ਨਾ ਸੁਣੇ, ਤੇ ਚਿੱਠੀ ਅਧੂਰੀ ਹੀ ਪਰੇ ਕਰ ਦਿੱਤੀ। ਮੈਂ ਨਹੀਂ ਸੀ ਚਾਹੁੰਦਾ ਵੀ ਮੁੰਡੇ ਨੂੰ ਮੇਰੇ ਚਿਹਰੇ ਤੋਂ ਇਸ ਚਿੰਤਾ ਦਾ ਪਤਾ ਲੱਗੇ ਜਿਹੜੀ ਰਿਕਸ਼ੇ ਵਾਲੇ ਦੇ ਖਲੋਣ ਨਾਲ ਮੈਨੂੰ ਹੋ ਰਹੀ ਸੀ। ਮੈਂ ਪਤਨੀ ਨੂੰ ਵੀ ਇਵੇਂ ਜ਼ਾਹਿਰ ਕਰ ਰਿਹਾ ਸੀ ਤੇ ਸਮਝਾ ਵੀ ਰਿਹਾ ਸੀ ਭਈ ਉਹ ਉੱਧਰ ਧਿਆਨ ਹੀ ਨਾ ਦੇਵੇ, ਸਾਲਾ ਆਪੇ ਥੱਕ ਹਾਰ ਕੇ ਚਲਿਆ ਜਾਵੇਗਾ। ਪਤਨੀ ਕੱਪ ਚੁੱਕ ਕੇ ਰਸੋਈ 'ਚ ਚਲੇ ਗਈ। ਮੈਂ ਉੱਠ ਕੇ ਬਾਰੀ ਵਿੱਚੋਂ ਝਾਤੀ ਮਾਰੀ। ਕੋਈ ਹੋਰ ਰਿਕਸ਼ੇ ਵਾਲਾ ਉਹਦੇ ਕੋਲ ਖਲੋਤਾ ਸੀ। ਉਹ ਦੂਜਾ ਰਿਕਸ਼ੇ ਵਾਲਾ ਕੋਈ ਗੱਲ ਕਰਕੇ ਕਾਹਲ ਨਾਲ ਅੱਡੇ ਵੱਲ ਨੂੰ ਚਲਾ ਗਿਆ। ਮੈਨੂੰ ਲੱਗਾ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਏ। ਇਹਨਾਂ ਵਿੱਚ ਏਕਤਾ ਬੜੀ ਏ। ਝਗੜਾ ਹੋਣ 'ਤੇ ਸਾਰੇ ਚੰਬੜ ਜਾਂਦੇ ਨੇ, ਪਰ ਦੂਜੇ ਮੁਸਾਫਰ ਵੇਖ ਕੇ ਵੀ ਲੰਘ ਜਾਂਦੇ ਨੇ। ਬੁਲਾ ਲੈ ਵਿਪਿਆ, ਮੈਂ ਕੋਈ ਡਰਦਾ? ਸੋਚ ਕੇ ਮੈਂ ਕੁਰਸੀ 'ਤੇ ਬਹਿ ਗਿਆ। ਪਤਨੀ ਮੁੜ ਕੇ ਆ ਕੇ ਬੂਹੇ 'ਚ ਖਲੋ ਗਈ। ਹੌਲੀ ਦੇਣੀ ਕਹਿੰਦੀ, ਰਿਕਸ਼ੇ ਵਾਲੇ ਨੂੰ ਚੰਗਾ ਹੁੰਦਾ 1 ਕੱਪ ਚਾਹ ਪਿਆ ਦਿੰਦੀ, ਹੁਣ ਡੁੱਲਣੀ ਪਈ ਏ। ਉਹ ਸਮਝੌਤੇ ਦੇ ਰਾਹ ਲੱਭ ਰਹੀ ਸੀ। ਲੱਗਦਾ ਸੀ ਉਹ ਹਾਰ ਗਈ ਏ। ਜੇ ਉਹ ਰਿਕਸ਼ੇ ਵਾਲਾ ਮੁੜ ਕੇ ਆ ਜਾਵੇ ਤਾਂ ਮੈਂ ਇੱਥੋਂ ਚਲਾ ਜਾਵਾਂ ਤਾਂ ਇਹ ਉਹਨੂੰ ਚੁੱਪ ਕਰਕੇ 3 ਰੁਪਏ ਹੀ ਦੇ ਦੇਵੇਗੀ। ਕਿਉਂ ਜੀ? ਉਹ ਕਹਿਣ ਲੱਗੀ। ਜੇ ਰਾਤ ਹੋਵੇ, ਮੀਂਹ ਵਸਦਾ ਹੋਵੇ ਤਾਂ 3 ਹੀ ਰੁਪਏ ਲੈਂਦੇ ਨੇ ਰਿਕਸ਼ੇ ਵਾਲੇ। ਹੁਣ ਮੀਂਹ ਵਸਦਾ? ਮੇਰੇ ਮੂੰਹੋਂ ਇਹ ਗੱਲ ਸਖਤੀ ਨਾਲ ਨਿਕਲ ਗਈ। ਇਸ ਦਾ ਅਹਿਸਾਸ ਮੈਨੂੰ ਵੀ ਸ਼ਿੱਦਤ ਨਾਲ ਹੋਇਆ। ਉਹ ਉੱਠ ਕੇ ਦੂਜੇ ਕਮਰੇ 'ਚ ਚਲੀ ਗਈ। ਮੈਂ ਚਿੱਠੀ 'ਤੇ 2-3 ਸਤਰਾਂ ਝਰੀਟੀਆਂ ਤੇ ਪੂਰੀ ਕਰ ਦਿੱਤੀ। ਪੂਰੀ ਕੀ ਕਰ ਦਿੱਤੀ, ਥੱਕ ਹਾਰ ਕੇ ਲਿਖ ਦਿੱਤਾ। ਹੋਰ ਗੱਲਾਂ ਮੈਂ ਅਗਲੀ ਚਿੱਠੀ 'ਚ ਲਿਖਾਂਗਾ। ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ ਤੇ ਲੱਕੜ ਵਾਲੇ ਮਿਸਤਰੀ ਨੇ ਜਿਹੜੀ ਗੱਲ ਮੈਨੂੰ ਦੱਸੀ ਸੀ ਉਹ ਭੁੱਲ ਭੱਲ ਗਈ ਏ। ਵਿਚਕਾਰ ਹਰਾਮਜ਼ਾਦਾ ਉਹ ਆ ਗਿਆ ਸੀ ਜਿਹੜਾ ਚੌਂਕ 'ਚ ਖਲੋਤਾ ਸੀ। ਸ਼ਾਇਦ ਹਾਲੇ ਵੀ ਉਂਝ ਖਲੋਤਾ ਹੋਵੇ, ਰਿਕਸ਼ੇ ਦੀ ਕਾਠੀ 'ਤੇ ਕੂਹਣੀ ਟਿਕਾ ਕੇ। ਮੈਨੂੰ ਪਤਨੀ ਦੀ ਇਸ ਆਦਤ 'ਤੇ ਖਿਝ ਆਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਕਰ ਲਈ ਜਾਵੇ ਤੇ ਅੱਡੇ 'ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਕਿ 25 ਪੈਸੇ ਦਾ ਪਾਨ ਖਾ ਕੇ ਥੁੱਕ ਦਿੰਦੇ ਹੋ। ਇਸ ਗਰੀਬ ਦੀ ਤਲੀ 'ਤੇ ਥੁੱਕ ਦਿਓ। ਇਸ ਮਾਮਲੇ 'ਚ ਮੈਂ ਉਹਦੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਗੱਲ ਦਲੀਲ ਨਾਲੋਂ ਵੱਧ ਭਾਵਨਾ ਦੀ ਏ। ਉਹ ਪੁੰਨ ਸਮਝ ਕੇ ਹੀ ਸੁਖੀ ਹੋਈ ਜਾਂਦੀ ਏ ਤੇ ਰਿਕਸ਼ੇ ਵਾਲਾ ਜਾਂ ਮੰਗਤਾ ਠੇਕੇ ਤੋਂ ਬੋਤਲ ਲੈ ਆਉਂਦਾ ਏ। ਮੇਰਾ ਦਿਲ ਕੀਤਾ ਉੱਠ ਕੇ ਰਿਕਸ਼ੇ ਵਾਲੇ ਕੋਲ ਜਾਵਾਂ ਤੇ ਪੁੱਛਾਂ ਭਈ ਤੈਂ ਜਾਣਾ ਕਿ ਨਹੀਂ? ਭਲਾ ਮਾਨਸ ਬਣ ਕੇ ਪੈਸੇ ਲੈ ਕੇ ਟੁਰ ਜਾ, ਨਹੀਂ ਤਾਂ ਛਿੱਤਰ ਲੁਆ ਦਿਆਂਗਾ। ਪੁਲਿਸ ਨੂੰ ਫੋਨ ਕਰਕੇ ਕਹਿ ਦਿਆਂਗਾ ਇਹ ਬਦਮਾਸ਼ ਰਿਕਸ਼ੇ ਵਾਲਾ ਮੈਨੂੰ ਧਮਕੀਆਂ ਦਿੰਦਾ ਏ, ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਏ। ਔਖਾ ਜਿਹਾ ਉੱਠ ਕੇ ਮੈਂ ਬਰਾਂਡੇ 'ਚ ਆਇਆ, ਗੁੱਸੇ ਨਾਲ ਵਿਹੜੇ 'ਚ ਗਿਆ। ਗੇਟ ਵੱਲ ਵਧਿਆ ਤਾਂ ਉਹ ਰਿਕਸ਼ਾ ਵਾਲਾ ਉੱਥੇ ਨਹੀਂ ਸੀ। ਮੈਂ ਪਿਛਾਂਹ ਮੁੜ ਕੇ ਪਤਨੀ ਨੂੰ ਆਵਾਜ਼ ਮਾਰੀ। ਉਹ ਕੋਈ ਧਰਮ ਪੋਥੀ ਪੜ੍ਹਦੀ ਬਾਹਰ ਨਿਕਲੀ। ਮੈਂ ਉਹਨੂੰ ਦੱਸਿਆ ਕਿ ਉਹ ਚਲਾ ਗਿਆ ਏ। ਉਹਨੇ ਝੱਟ ਦੇਣੀ ਪੋਥੀ ਬੰਦ ਕਰਕੇ ਬਰਾਂਡੇ ਦੀ ਬੰਨੀ 'ਤੇ ਰੱਖ ਦਿੱਤੀ। ਅਸੀਂ ਲਾਨ 'ਚ ਪਈਆਂ ਕੁਰਸੀਆਂ 'ਤੇ ਬਹਿ ਗਏ। ਉਹਦੇ ਚਿਹਰੇ 'ਤੇ ਦੁੱਖ ਦਾ ਜਿਹੜਾ ਪੋਚਾ ਫਿਰਿਆ ਪਿਆ ਸੀ ਉਹ ਧੁੱਪ ਗਿਆ ਸੀ।
ਮੈਂ ਐਵੇਂ ਪੁੱਛਿਆ, ਅੱਜ ਰਾਤੀ ਫਿਲਮ ਨਾ ਵੇਖ ਆਈਏ? ਹੁਣ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਦੇ ਦਿਆਂਗੇ, ਅਤੇ ਉਹ 50 ਪੈਸੇ ਜਿਹੜੇ ਤੈਂ ਵੱਧ ਦੇਣੇ ਸਨ ਉਹ ਅੱਡੇ ਵਾਲੇ ਮੰਗਤੇ ਦੀ ਤਲੀ 'ਤੇ ਧਰ ਦਿਆਂਗੇ। ਜਿਵੇਂ ਤੇਰੀ ਮਰਜ਼ੀ, ਤੂੰ ਮੁਖਤਿਆਰ ਏ, ਮੈਨੂੰ ਕੀ। ਗੱਲ ਕਰਕੇ ਅਸੀਂ ਇੱਕ ਦੂਜੇ ਵੱਲ ਵੇਖਿਆ ਅਤੇ ਮੁਸਕਾ ਪਏ। ਜਿਹੜੀ ਅਸੀਂ ਕਹਾਣੀ ਮਾੜਾ ਬੰਦਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਮੱਧ ਵਰਗੀ ਪਤੀ ਪਤਨੀ ਦੀ ਸੋਚ ਨੂੰ ਬਿਆਨ ਕੀਤਾ ਕਿ ਉਹ ਕਿਸ ਤਰ੍ਹਾਂ ਅਸੂਲਾਂ ਦੇ ਆਪਣਿਆਂ ਦੇ ਪੱਕੇ ਆ ਕਿ ਜੇਕਰ ਰਿਕਸ਼ੇ ਵਾਲੇ ਦੇ ਨਾਲ ਪੈਸੇ ਪਹਿਲੋਂ ਤੈਅ ਕਰ ਲਏ ਨੇ ਅਤੇ ਉਹ ਥੋੜ੍ਹੇ ਪੈਸੇ ਵੀ ਵੱਧ ਲੈਣਾ ਚਾਹੁੰਦਾ ਅਤੇ ਪਰ ਉਹਨੂੰ ਦੇਣਾ ਨਹੀਂ ਚਾਹੁੰਦੇ, ਇਸ ਕਰਕੇ ਕਿ ਉਹਨਾਂ ਦਾ ਅਸੂਲ ਆ ਕਿ ਪਹਿਲੋਂ ਗੱਲ ਟੁੱਕੀ ਗਈ ਆ, ਮਿਥੀ ਗਈ ਆ, ਉਹਦੇ ਮੁਤਾਬਕ ਹੀ ਚੱਲਣਾ। ਦੂਸਰੀ ਗੱਲ ਕਿ ਜਿਹੜਾ ਮੱਧ ਵਰਗੀ ਜੋੜਾ ਵਾ, ਇਹ ਰਿਕਸ਼ੇ ਵਾਲੇ ਦੇ ਵਿਹਾਰ ਤੋਂ ਦੁਖੀ ਹੋ ਕੇ ਗਰਮਾ ਗਰਮੀ ਤੱਕ ਗੱਲ ਪਹੁੰਚ ਜਾਂਦੀ ਆ। ਤੀਜਾ ਸੰਦੇਸ਼ ਜਿਹੜਾ ਵਾ ਕਹਾਣੀਕਾਰ ਨੇ ਇਸ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਆਪਣੇ ਤੌਰ 'ਤੇ ਦਾਨ ਕਰਨ ਵਾਸਤੇ ਸਮਝ ਕੇ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਦੇ ਹਾਂ, ਜਾਂ ਮੰਗਤੇ ਹੋਏ ਜਾਂ ਕਿਤੇ ਆਪਣੇ ਧਾਰਮਿਕ ਸਥਾਨਾਂ ਦਾ ਨਾਂ ਲੈ ਕੇ ਵੀ ਕਈ ਲੋਕ ਝੂਠ ਦੇ ਵਿੱਚ ਪੈਸੇ ਲੈ ਲੈਂਦੇ ਆ, ਪਰ ਉਸ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਨਸ਼ਿਆਂ ਦੇ ਵਿੱਚ ਉਹ ਪੈਸੇ ਲਾ ਕੇ ਅਤੇ ਨਸ਼ੇ ਕਰਨ ਲੱਗ ਪੈਂਦੇ ਹਨ। ਇਹ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਮੰਗਤਿਆਂ ਨੂੰ ਇਸ ਤਰ੍ਹਾਂ ਪੈਸੇ ਨਹੀਂ ਦੇਣੇ ਚਾਹੀਦੇ। ਦੂਜੇ ਪਾਸੇ ਉਹ ਰਿਕਸ਼ੇ ਵਾਲੇ ਦੀ ਮਾਨਸਿਕ ਸਥਿਤੀ ਨੂੰ ਵੀ ਬਿਆਨ ਕੀਤਾ ਕਿ ਉਹ ਉਸਦਾ ਸਵੈਮਾਨ ਕਾਇਮ ਹੈ ਅਤੇ ਉਹ ਆਪਣਾ ਸਵੈਮਾਨ ਦੇ ਸਿਰ 'ਤੇ ਬੈਸਦਾ ਵੀ ਆ ਅਤੇ ਉਹ ਮੰਗਤਿਆਂ ਵਾਂਗੂ ਮੰਗਦਾ ਵੀ ਨਹੀਂ ਪੈਸੇ। ਇਸ ਤਰ੍ਹਾਂ ਇਸ ਕਹਾਣੀ ਦੇ ਵਿੱਚ 3-4 ਸੰਦੇਸ਼ ਜਿਹੜੇ ਕਹਾਣੀਕਾਰ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਆਓ ਹੁਣ ਇਸ ਦੇ ਪਿੱਛੇ ਜਿਹੜੇ ਅਭਿਆਸੀ ਪ੍ਰਸ਼ਨ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਪਹਿਲਾ ਪ੍ਰਸ਼ਨ ਵੇਖੋ ਕਿ ਉਹ ਉੱਥੇ ਹੀ ਖੜਾ ਸੀ। ਕਹਾਣੀ ਦੇ ਪਹਿਲੇ ਵਾਕ ਵਿਚਲਾ ਉਹ ਕੌਣ ਹੈ ਅਤੇ ਉਹ ਉੱਥੇ ਕਿਉਂ ਖੜਾ ਸੀ? ਕਹਾਣੀ ਦੇ ਪਹਿਲੇ ਵਾਕ ਵਿਚਲਾ ਉਹ ਰਿਕਸ਼ੇ ਵਾਲਾ ਹੈ ਅਤੇ ਕਹਾਣੀ ਦੇ ਕਹਾਣੀਕਾਰ ਦੀ ਪਤਨੀ ਸਬਜ਼ੀ ਮੰਡੀ ਤੋਂ 2 ਰੁਪਏ ਤੈਅ ਕਰਕੇ ਉਸ 'ਤੇ ਰਿਕਸ਼ੇ ਵਿੱਚ ਬੈਠ ਕੇ ਘਰ ਆਈ ਸੀ, ਪਰ ਘਰ ਪਹੁੰਚ ਕੇ ਰਿਕਸ਼ੇ ਵਾਲੇ ਨੇ ਘਰ ਦੂਰ ਅਤੇ ਸੜਕ ਟੁੱਟੀ ਹੋਈ ਹੋਣ ਦਾ ਬਹਾਨਾ ਬਣਾ ਕੇ ਉਸ ਤੋਂ 3 ਰੁਪਏ ਮੰਗੇ। ਜਦੋਂ ਕਹਾਣੀਕਾਰ ਦੀ ਪਤਨੀ ਨੇ ਉਸ ਨੂੰ 2 ਰੁਪਏ ਹੀ ਦਿੱਤੇ ਤਾਂ ਉਸਨੇ ਵਗਾਹ ਕੇ ਸੁੱਟ ਦਿੱਤੇ। ਜਦੋਂ ਆਵਾਜ਼ ਸੁਣ ਕੇ ਕਹਾਣੀਕਾਰ ਬਾਹਰ ਨਿਕਲਿਆ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ। ਉਹ ਕਮੀਨਾ ਆਖ ਕੇ ਉਹਨੂੰ ਮਾਰਨ ਲੱਗਾ। ਮੈਂ ਗਰੀਬ ਹਾਂ ਨਾ, ਮੈਂ ਮਾੜਾ ਬੰਦਾ ਹਾਂ ਨਾ, ਆਖਦਾ ਭੈੜੀਆਂ ਨਜ਼ਰਾਂ ਨਾਲ ਉਸ ਵੱਲ ਵੇਖਦਾ ਤੁਰ ਪਿਆ। ਪਰੰਤੂ ਕੁਝ ਦੇਰ ਮਗਰੋਂ ਕਹਾਣੀਕਾਰ ਨੇ ਦੇਖਿਆ ਤਾਂ ਉਹ ਉੱਥੇ ਹੀ ਖੜਾ ਸੀ ਅਤੇ ਉਸ ਨੂੰ ਦੇਖ ਕੇ ਕਹਾਣੀਕਾਰ ਦੀ ਪਤਨੀ ਡਰ ਕਾਰਨ ਬੇਚੈਨ ਹੋ ਰਹੀ ਸੀ, ਪਰ ਕਹਾਣੀਕਾਰ ਗੁੱਸੇ ਅਤੇ ਬੇਚੈਨੀ ਵਿੱਚ ਸੀ। ਅੱਗੇ ਵੇਖੋ ਬੱਚਿਓ, ਦੂਸਰਾ ਪ੍ਰਸ਼ਨ ਜਿਹੜਾ ਤੁਹਾਡੇ ਅਭਿਆਸ ਜਿਹੜੀ ਪਿੱਛੇ ਦਿੱਤੀ ਕਹਾਣੀ ਦੇ, ਉਸ ਦੇ ਵਿੱਚ ਦੂਜਾ ਪ੍ਰਸ਼ਨ ਆ ਕਿ ਰਿਕਸ਼ੇ ਵਾਲੇ ਦੀ ਦਿੱਖ ਅਤੇ ਉਸ ਤੋਂ ਉਤਪੰਨ ਹੋਣ ਵਾਲੇ ਪ੍ਰਭਾਵ ਬਾਰੇ ਮੁੱਖ ਜਿਹੜਾ ਪਾਤਰ ਵਾ ਜਾਂ ਮੈਂ ਪਾਤਰ ਆ, ਕਹਾਣੀਕਾਰ ਕੀ ਸੋਚਦਾ ਹੈ? ਜਾਂ ਇਹ ਪ੍ਰਸ਼ਨ ਇਸ ਤਰ੍ਹਾਂ ਵੀ ਆ ਸਕਦਾ ਕਿ ਰਿਕਸ਼ੇ ਵਾਲੇ ਦਾ ਹੁਲੀਆ ਆਪਣੇ ਸ਼ਬਦਾਂ ਵਿੱਚ ਲਿਖੋ, ਜਾਂ ਪਾਤਰ ਚਿੱਤਰਨ ਜਿਹੜਾ ਰਿਕਸ਼ੇ ਵਾਲੇ ਦੀ ਜਿਹੜੀ ਆ ਭੈੜੀ ਬੁਛੜ ਉੱਤੇ ਪਿੱਠ ਵਾਲੀ ਥਾਂ ਅਤੇ ਸੱਜੇ ਮੋਢੇ ਦੀ ਹੱਡੀ ਤੱਕ ਹੋਰ ਹੀ ਰੰਗ ਦੀ ਟਾਕੀ ਲੱਗੀ ਹੋਈ ਸੀ। ਕੱਛੇ ਹੇਠ ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਸਨ ਅਤੇ ਸਿਰ ਦੇ ਵਾਲ ਮੈਲੇ ਅਤੇ ਉਲਝੇ ਹੋਏ ਸਨ। ਉਸ ਨੂੰ ਵੇਖ ਕੇ ਦਿਲ ਹੀ ਖਰਾਬ ਹੁੰਦਾ ਸੀ। ਜੇ ਉਸ ਦੀ ਫੋਟੋ ਖਿੱਚ ਕੇ ਅਖਬਾਰ ਵਿੱਚ ਛਾਪੀ ਜਾਵੇ ਅਤੇ ਹੇਠਾਂ ਲਿਖ ਦਿੱਤਾ ਜਾਵੇ ਕਿ ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ, ਉਸ ਦੀ ਪਤਨੀ ਅਤੇ ਇਕਲੌਤੇ ਪੁੱਤਰ ਨੂੰ ਕਤਲ ਕਰਨ ਪਿੱਛੋਂ ਸਾਰੇ ਗਹਿਣੇ ਲੈ ਕੇ ਭੱਜ ਗਿਆ ਹੈ, ਤਾਂ ਸਾਰੇ ਲੋਕ ਸੱਚ ਮੰਨ ਲੈਣਗੇ। ਉਸ ਦੀਆਂ ਭੁੱਖੀਆਂ ਅਤੇ ਕਮੀਨੀਆਂ ਨਜ਼ਰਾਂ ਇਸ ਤਰ੍ਹਾਂ ਵੇਖ ਰਹੀਆਂ ਸਨ
ਜਿਸ ਤਰ੍ਹਾਂ ਕੁਝ ਵੇਖਿਆ ਹੀ ਨਹੀਂ ਹੁੰਦਾ। ਅਗਲਾ ਪ੍ਰਸ਼ਨ ਵੇਖੋ, ਰਿਕਸ਼ੇ ਵਾਲੇ ਦੀ ਕਿਹੜੀ ਗੱਲ ਉੱਤੇ ਕਹਾਣੀਕਾਰ ਨੂੰ ਬਹੁਤ ਗੁੱਸਾ ਚੜ੍ਹਦਾ ਹੈ? ਕਹਾਣੀਕਾਰ ਨੇ ਜਦੋਂ ਰਿਕਸ਼ੇ ਵਾਲੇ ਨੂੰ ਆਪਣੀ ਪਤਨੀ ਦੁਆਰਾ ਫੜਾਏ ਰੁਪਏ ਬੁੜਬੁੜ ਕਰਦਿਆਂ ਅਗਾਂਹ ਵਗਾ ਕੇ ਸੁੱਟਦਿਆਂ ਵੇਖਿਆ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ। ਉਸ ਦਾ ਦਿਲ ਕੀਤਾ ਸੀ ਕਿ ਉਹ ਉਸ ਨੂੰ ਵਾਲਾਂ ਤੋਂ ਫੜ ਕੇ ਹੇਠਾਂ ਸੁੱਟ ਲਵੇ ਤੇ ਉਸ ਦੀਆਂ ਕਾਨਿਆਂ ਵਰਗੀਆਂ ਬਾਹਾਂ ਨੂੰ ਮਰੋੜ ਸੁੱਟੇ। ਅੱਗੇ ਵੇਖੋ ਪ੍ਰਸ਼ਨ, ਲੇਖਕ ਦੇ ਰਿਕਸ਼ੇ ਵਾਲੇ ਬਾਰੇ ਕੀ ਵਿਚਾਰ ਹਨ? ਆਪਣੇ ਸ਼ਬਦਾਂ ਵਿੱਚ ਲਿਖੋ। ਲੇਖਕ ਨੂੰ ਜਿਹੜਾ ਰਿਕਸ਼ੇ ਵਾਲਾ ਸ਼ਕਲ ਤੋਂ ਕਾਤਲ, ਕਮੀਨਾ ਤੇ ਲੁਟੇਰਾ ਜਾਪਦਾ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਕੋਈ ਚੰਗਾ ਕੰਮ ਕਰਦਾ ਹੀ ਨਾ ਹੋਵੇ। ਉਸ ਨੂੰ ਜਾਪਦਾ ਸੀ ਕਿ ਉਸ ਦੀ ਪਤਨੀ ਤੋਂ ਉਸ ਦੀ ਮੰਗ ਅਨੁਸਾਰ ਪੈਸੇ ਨਾ ਮਿਲਣ ਕਰਕੇ ਉਹ ਉਹਨਾਂ ਨਾਲ ਕੁਝ ਅਜਿਹਾ ਵੀ ਕਰ ਸਕਦਾ ਵਾ ਕਿ ਸਾਨੂੰ ਜਿਸ ਦੇ ਨਾਲ ਨੁਕਸਾਨ ਹੋਵੇ, ਕੋਈ ਸਾਡੇ 'ਤੇ ਹਮਲਾ ਵੀ ਕਰਵਾ ਸਕਦਾ ਹੈ। ਇਹ ਰਿਕਸ਼ੇ ਵਾਲੇ ਦੇ ਬਾਰੇ ਵਿੱਚ ਜਿਹੜਾ ਕਹਾਣੀਕਾਰ ਸੀ ਉਹਦੀ ਸੋਚ ਸੀ। ਅੱਗੇ ਵੇਖੋ, ਰਿਕਸ਼ੇ ਵਾਲੇ ਨੂੰ ਨਾ ਦਿੱਤੇ ਜਾ ਸਕਣ ਵਾਲੇ 3 ਰੁਪਈਆਂ ਦੇ ਬੋਝ ਤੋਂ ਮੁਕਤ ਹੋਣ ਲਈ ਪਤੀ ਪਤਨੀ ਕੀ ਤਰਕੀਬ ਸੋਚਦੇ ਹਨ? ਜਦੋਂ ਕਹਾਣੀਕਾਰ ਇਹ ਮਨ ਵਿੱਚ ਸੋਚਦਾ ਕਿ ਹੁਣ ਉਹ ਰਿਕਸ਼ੇ ਵਾਲੇ ਦੇ ਨਾਲ ਇੱਕ ਬੰਨੇ ਗੱਲ ਲਾ ਕੇ ਆਵੇਗਾ ਤੇ ਜਿੰਨੇ ਬਣਦੇ ਪੈਸੇ ਉਹਨੂੰ ਦੇ ਕੇ ਤੇ ਉਹਨੂੰ ਇੱਥੋਂ ਤੋਰ ਆਵੇਗਾ, ਕਿਉਂਕਿ ਉਸ ਦੀ ਵਜ੍ਹਾ ਨਾਲ ਉਹ ਬਹੁਤ ਹੀ ਬੇਚੈਨ ਸੀ। ਤੇ ਉਹ ਬਾਹਰ ਜਾਂਦਾ ਤੇ ਜਾ ਕੇ ਦੇਖਦਾ ਕਿ ਰਿਕਸ਼ੇ ਵਾਲਾ ਉੱਥੇ ਨਹੀਂ ਹੈ। ਫਿਰ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਰਿਕਸ਼ੇ ਵਾਲਾ ਚਲਾ ਗਿਆ ਹੈ। ਤੇ ਇਹ ਸੁਣ ਕੇ ਪਤਨੀ ਬਾਹਰ ਆ ਜਾਂਦੀ ਆ ਤੇ ਉਹ ਦੋਵੇਂ ਸੁਰਖਰੂ ਹੋ ਜਾਂਦੇ ਆ, ਸੰਤੁਸ਼ਟ ਹੋ ਜਾਂਦੇ ਆ ਕਿ ਰਿਕਸ਼ੇ ਵਾਲਾ ਉੱਥੋਂ ਚਲਾ ਗਿਆ। ਫਿਰ ਪਤਨੀ ਜਿਹੜੀ ਆ ਉਹ ਕਹਿੰਦੀ ਆ ਕਿ ਉਹ ਰਿਕਸ਼ੇ ਵਾਲੇ ਨੂੰ ਨਾ ਦਿੱਤੇ ਜਾ ਸਕਣ ਵਾਲੇ 3 ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ। ਜਦੋਂ ਪਤੀ ਪੁੱਛਦਾ ਹੈ ਕਿ ਜਿਹੜੇ 50 ਪੈਸੇ ਉਸਨੇ ਰਿਕਸ਼ੇ ਵਾਲੇ ਨੂੰ ਦੇਣੇ ਸਨ ਉਹਨਾਂ ਦਾ ਕੀ ਕਰੇਗੀ, ਪਤਨੀ ਉੱਤਰ ਦਿੰਦੀ ਹੈ ਕਿ ਉਹ ਅੱਡੇ ਵਾਲੇ ਮੰਗਤੇ ਦੀ ਤਲੀ ਉੱਤੇ ਧਰ ਦੇਣਗੇ। ਅਗਲਾ ਪ੍ਰਸ਼ਨ ਵੇਖੋ ਬੱਚਿਓ, ਕੀ ਰਿਕਸ਼ੇ ਵਾਲਾ ਤੁਹਾਨੂੰ ਵੀ ਮਾੜਾ ਬੰਦਾ ਲੱਗਦਾ ਹੈ? ਹਾਂ ਜਾਂ ਨਾ ਵਿੱਚ ਦਲੀਲਾਂ ਦਿਓ। ਸਭ ਤੋਂ ਪਹਿਲਾਂ ਵੇਖੋ ਕਿ ਰਿਕਸ਼ੇ ਵਾਲਾ ਸਾਨੂੰ ਇਸ ਕਰਕੇ ਮਾੜਾ ਬੰਦਾ ਲੱਗਦਾ ਹੈ ਕਿਉਂਕਿ ਉਹ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਣ ਲਈ ਨਿਮਰਤਾ ਜਾਂ ਹਲੀਮੀ ਨੂੰ ਨਹੀਂ ਅਪਣਾਉਂਦਾ, ਸਗੋਂ ਕ੍ਰੋਧ ਤੇ ਜਿੱਦ ਵਿੱਚ ਆਣ ਕੇ ਆਪਣੀ ਭਾਸ਼ਾ ਭੈੜੇ ਤਰੀਕੇ ਨਾਲ ਕੱਢਦਾ ਹੈ। ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਕਿ ਉਹ ਮਾੜਾ ਬੰਦਾ ਵੀ ਨਹੀਂ, ਕਿਉਂਕਿ ਉਹ ਆਪਣੇ ਹੱਕ ਲਈ ਗੁੱਸੇ, ਰੋਹ ਤੇ ਰੰਜ ਦਾ ਦਿਖਾਵਾ ਕਰਦਾ ਹੈ ਤੇ ਉਹ ਇੱਕ ਸਵੈਮਾਨੀ ਵੀ ਹੈ। ਸਵੈਮਾਨ ਆਪਣਾ ਕਾਇਮ ਰੱਖਦਾ। ਕਹਾਣੀਕਾਰ ਜਦੋਂ ਉੱਥੋਂ ਪੈਸੇ ਉਹ ਲੈ ਕੇ ਨਹੀਂ ਜਾਂਦਾ ਕਹਾਣੀਕਾਰ ਕੋਲੋਂ, ਫਿਰ ਉਹ ਲਾਨ ਵਿੱਚ ਬੈਠਾ ਵੀ ਇੱਕ ਵਾਰਾ ਵੀ ਕਹਾਣੀਕਾਰ ਦੇ ਘਰ ਵੱਲ ਨਹੀਂ ਦੇਖਦਾ। ਇਸ ਕਰਕੇ ਉਹ ਆਪਣਾ ਸਵੈਮਾਨ ਕਾਇਮ ਰੱਖਦਾ ਹੈ। ਇਸ ਤਰ੍ਹਾਂ ਵੇਖੋ ਪ੍ਰਸ਼ਨ ਆ ਜਾਂਦਾ ਤੁਹਾਨੂੰ ਕਿ ਕਹਾਣੀਕਾਰ ਤੇ ਉਸ ਦੀ ਪਤਨੀ ਮਾੜੇ ਬੰਦੇ ਹਨ? ਦਲੀਲਾਂ ਦਿਓ। ਉਹ ਇਸ ਦੇ ਵਿੱਚ ਕਹਾਂਗੇ ਕਿ ਉਹ ਇਸ ਕਰਕੇ ਮਾੜੇ ਹਨ ਕਿ ਉਹ ਗਰੀਬ ਬੰਦੇ ਦੀ ਦਿਹਾੜੀਆਂ ਜਿਹੜੀ ਸੀਗੀ ਉਹ ਖਰਾਬ ਹੋ ਗਈ। ਜੇਕਰ ਉਸ ਨੂੰ 50 ਪੈਸੇ ਦੇ ਨਾਲ ਜਾਂ 1 ਰੁਪਏ ਦੇ ਨਾਲ ਕੋਈ ਫਰਕ ਨਹੀਂ ਸੀ ਪੈਣਾ, ਉਹ ਜਿਸ ਤਰ੍ਹਾਂ ਕਹਿੰਦੇ ਕਿ ਉਹ ਸਿਗਰਟਾਂ ਵਿੱਚ ਜਾਂ ਸਿਨੇਮੇ ਵਿੱਚ ਇੰਨੇ ਪੈਸੇ ਬਰਬਾਦ ਕਰ ਦਿੰਦੇ ਆ, ਤੇ ਜੇਕਰ ਉਹ ਰਿਕਸ਼ੇ ਵਾਲੇ ਨੂੰ ਗਰੀਬ ਨੂੰ ਦੇ ਦਿੰਦੇ ਤਾਂ ਕੋਈ ਫਰਕ ਨਹੀਂ ਸੀ ਪੈਣਾ। ਪਰ ਜੇਕਰ ਉਹ ਇਸ ਕਰਕੇ ਨਹੀਂ ਦੇਣਾ ਚਾਹੁੰਦੇ ਕਿ ਉਹਨਾਂ ਦੇ ਅਸੂਲ ਵਾ ਕਿ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਅਸੂਲ ਬਣਾਏ ਹੋਏ ਹਨ ਕਿ ਪਹਿਲੋਂ ਮਿੱਥੇ ਪੈਸੇ ਉਹੋ ਹੀ ਉਹਨੂੰ ਦੇਣੇ ਬਣਦੇ ਸੀ। ਦੂਜੀ ਗੱਲ, ਉਹ ਉਸ ਦੀ ਬੋਲੀ ਤੋਂ ਗੁੱਸੇ ਵਿੱਚ ਆ ਜਾਣ ਕਰਕੇ ਝਗੜਾ ਜਿਹੜਾ ਸੀ ਵੱਧ ਗਿਆ।
ਤੇ ਮਾੜੇ ਉਹ ਇਸ ਕਰਕੇ ਵੀ ਨਹੀਂ ਕਿ ਉਹ ਉਸਦੇ ਦਿਲੋਂ ਉਹਦੇ ਨਾਲ ਰਿਕਸ਼ੇ ਵਾਲੇ ਦੇ ਨਾਲ ਹਮਦਰਦੀ ਰੱਖਦੇ ਆ, ਤੇ ਜਦੋਂ ਰਿਕਸ਼ੇ ਵਾਲਾ ਉੱਥੋਂ ਚਲਾ ਜਾਂਦਾ ਵਾ ਤੇ ਉਹ ਉਸਦੇ ਹੱਕ ਦੇ ਪੈਸੇ ਜਿਹੜੇ ਆ ਉਹ ਪਿੰਗਲਵਾੜੇ ਦੇ ਦੇਣਾ ਲੋਚਦੇ ਆ, ਇਸ ਕਰਕੇ ਉਹ ਮਾੜੇ ਨਹੀਂ। ਤੇ ਜਿਹੜੇ ਵੱਧ ਪੈਸੇ ਉਹ ਲੈਣਾ ਚਾਹੁੰਦਾ ਸੀ ਉਹ 50 ਪੈਸੇ ਮੰਗਤੇ ਨੂੰ ਦੇਣਾ ਆਪਣੇ ਮਨ ਵਿੱਚ ਧਾਰ ਲੈਂਦੇ ਆ ਕਿ ਰਿਕਸ਼ੇ ਵਾਲੇ ਦੇ ਪੈਸੇ ਆਪਣੇ ਕੋਲ ਉਹ ਰੱਖਣਾ ਨਹੀਂ ਲੋਚਦੇ, ਇਸ ਕਰਕੇ ਉਹ ਵੀ ਮਾੜੇ ਬੰਦੇ ਨਹੀਂ। ਪਿਆਰੇ ਬੱਚਿਓ, ਇਸ ਤਰ੍ਹਾਂ ਅਸੀਂ ਇਹਦੇ ਵੱਡੇ ਪ੍ਰਸ਼ਨ ਤੁਹਾਡੇ ਨਾਲ ਸਾਂਝੇ ਕੀਤੇ। ਥੋੜ੍ਹੇ ਜਿਹੇ ਛੋਟੇ ਛੋਟੇ ਪ੍ਰਸ਼ਨ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਲਈਏ। ਜਿਸ ਤਰ੍ਹਾਂ ਪ੍ਰਸ਼ਨ ਆ ਜਾਂਦਾ ਕਿ ਮਾੜਾ ਬੰਦਾ ਕਹਾਣੀ ਕਿਸ ਲੇਖਕ ਦੀ ਰਚਨਾ ਹੈ? ਤੁਸੀਂ ਕੀ ਕਹੋਗੇ? ਪ੍ਰੇਮ ਪ੍ਰਕਾਸ਼ ਇਸ ਦੇ ਕਹਾਣੀਕਾਰ ਹਨ, ਜਾਂ ਦੂਜੇ ਪਾਸੇ ਤੁਹਾਨੂੰ ਕੁਝ ਉੱਤਰ ਆ ਜਾਂਦੇ ਆ ਕਿ ਇਹਨਾਂ ਦੇ ਵਿੱਚੋਂ ਚੁਣੋ ਕਿ ਕਿਸ ਦੀ ਕਹਾਣੀ ਆ। ਜਿਸ ਤਰ੍ਹਾਂ ਆਂਦਾ ਸਾਂਝ, ਆਪਣਾ ਦੇਸ਼, ਸਤਿਆ ਸਈ, ਮਾੜਾ ਬੰਦਾ, ਇਹਨਾਂ ਵਿੱਚੋਂ ਪ੍ਰੇਮ ਪ੍ਰਕਾਸ਼ ਜੀ ਦੀ ਕਹਾਣੀ ਕਿਹੜੀ ਹੈ? ਤੇ ਤੁਸੀਂ ਕੀ ਉੱਤਰ ਦਿਓਗੇ? ਮਾੜਾ ਬੰਦਾ। ਇਸ ਤੋਂ ਇਲਾਵਾ ਜਿਹੜੇ ਪ੍ਰਸ਼ਨ ਛੋਟੇ ਛੋਟੇ ਆ ਸਕਦੇ ਆ ਕਿ ਮਾੜਾ ਬੰਦਾ ਕਹਾਣੀ ਵਿੱਚ ਕਹਾਣੀਕਾਰ ਮੇਜ਼ ਉੱਤੇ ਬਹਿ ਕੇ ਕੀ ਲਿਖ ਰਿਹਾ ਸੀ? ਚਿੱਠੀ ਲਿਖ ਰਿਹਾ ਸੀ। ਮਾੜਾ ਬੰਦਾ ਕਹਾਣੀ ਵਿੱਚ ਕੌਣ ਬਹੁਤਾ ਬੇਚੈਨ ਹੈ? ਕਹਾਣੀਕਾਰ ਤੇ ਉਸ ਦੀ ਪਤਨੀ ਦੋਵੇਂ ਹੀ ਬਹੁਤ ਬੇਚੈਨ ਹਨ। ਕਹਾਣੀਕਾਰ ਦੀ ਬੇਚੈਨੀ ਦਾ ਸਿਖਰ ਕਦੋਂ ਦਿਖਾਈ ਦਿੰਦਾ ਹੈ? ਉਸ ਦੇ ਜਦੋਂ ਕਾਹਲੀ ਵਿੱਚ ਚਿੱਠੀ ਲਿਖਣ ਤੋਂ ਉਸ ਦਾ ਸਿਖਰ ਜਿਹੜਾ ਦਿਖਾਈ ਦਿੰਦਾ ਹੈ। ਪਤਨੀ ਨੇ 3 ਰੁਪਏ ਕਿੱਥੇ ਦੇਣ ਦੀ ਗੱਲ ਕੀਤੀ? ਪਿੰਗਲਵਾੜੇ ਦੇਣ ਦੀ ਗੱਲ ਕੀਤੀ। ਪਤਨੀ ਨੇ 50 ਪੈਸੇ ਕਿਸ ਨੂੰ ਦੇਣ ਦੀ ਮੰਗ ਕੀਤੀ? ਅੱਡੇ ਵਾਲੇ ਮੰਗਤੇ ਨੂੰ। ਰਿਕਸ਼ੇ ਵਾਲੇ ਦੇ ਚਰਿੱਤਰ ਦਾ ਕੋਈ ਇੱਕ ਪੱਖ ਲਿਖੋ। ਉਹ ਮਾੜਾ ਬੰਦਾ, ਝਗੜਾਲੂ ਆ, ਮੂਰਖ ਆ ਤੇ ਗਰੀਬ, ਇਹ ਉਹਦੀ ਵਿੱਚ ਗੁਣ ਵਾ। ਅੱਗੇ ਵੇਖੋ ਕਿ ਮਾੜਾ ਬੰਦਾ ਜਿਹੜਾ ਵਾ ਕਹਾਣੀ ਆ, ਇਸ ਦੇ ਵਿੱਚ ਕਹਾਣੀਕਾਰ ਜਿਹੜਾ ਵਾ ਪੱਤਰ ਦੇ ਵਿੱਚ ਕੀ ਲਿਖਣਾ ਚਾਹੁੰਦਾ ਸੀ? ਕਹਾਣੀਕਾਰ ਪੱਤਰ ਦੇ ਵਿੱਚ ਨਵੇਂ ਫਰਨੀਚਰ ਦੇ ਬਾਰੇ ਵਿੱਚ ਲਿਖਣਾ ਚਾਹੁੰਦਾ ਸੀ ਵੀ ਕਿਸ ਤਰ੍ਹਾਂ ਦਾ ਬਣਨਾ। ਅੱਗੇ ਵੇਖੋ ਪ੍ਰਸ਼ਨ ਕਿ ਰਿਕਸ਼ੇ ਵਾਲਾ ਕਿਸੇ ਬੰਦੇ ਦੇ ਕਹਿਣ 'ਤੇ ਕਿੱਥੇ ਜਾਣ ਲਈ ਨਹੀਂ ਸੀ ਮੰਨਿਆ? ਕੰਪਨੀ ਬਾਗ ਜਾਣ ਲਈ ਉਹ ਜਿਹੜਾ ਰਿਕਸ਼ੇ ਵਾਲਾ ਨਹੀਂ ਸੀ ਮੰਨਿਆ। ਪਿਆਰੇ ਬੱਚਿਓ, ਮੈਂ ਤੁਹਾਡੇ ਨਾਲ ਮਾੜਾ ਬੰਦਾ ਕਹਾਣੀ ਸਾਂਝੀ ਕੀਤੀ ਆ, ਤੇ ਇਹ ਕਹਾਣੀ ਲਿਖਣ ਦਾ ਕਹਾਣੀਕਾਰ ਦਾ ਮਕਸਦ ਕੀ ਸੀ ਕਿ ਇਹ ਤੁਹਾਡੇ ਨਾਲ ਸਾਂਝਾ ਕੀਤਾ। ਤੇ ਉਸ ਤੋਂ ਪਿੱਛੋਂ ਕੁਝ ਵੱਡੇ ਪ੍ਰਸ਼ਨਾਂ ਦੇ ਉੱਤਰ ਸਾਂਝੇ ਕੀਤੇ ਤੇ ਕੁਝ ਛੋਟੇ ਪ੍ਰਸ਼ਨ ਕਿਸ ਤਰ੍ਹਾਂ ਦੇ ਤੁਹਾਨੂੰ ਆਉਣੇ ਸੀ ਉਹ ਸਾਂਝੇ ਕੀਤੇ। ਆਸ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ। ਪਿਆਰੇ ਬੱਚਿਓ, ਤੁਹਾਨੂੰ ਕਹਾਣੀ ਸੁਣਾਈ, ਇੱਥੇ ਇਤਿਹਾਸੀ ਪ੍ਰਸ਼ਨ ਕਰਵਾਏ, ਤੇ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੇ ਤੁਸੀਂ ਵਧੀਆ ਤਰੀਕੇ ਨਾਲ ਇਸ ਕਹਾਣੀ ਨੂੰ ਆਪਣੇ ਦਿਮਾਗ ਵਿੱਚ ਬਿਠਾ ਲਿਆ ਹੋਵੇਗਾ। ਧੰਨਵਾਦ।